ਕੈਨੇਡਾ ਵਿੱਚ ਸਕੂਲਾਂ ਨੂੰ ਦੁਬਾਰਾ ਖੋਲ੍ਹਣ ਨੂੰ ਲੈ ਕੇ ਇੱਕ ਵੱਡੀ ਚਰਚਾ ਚੱਲ ਰਹੀ ਹੈ। ਇਸੇ ਦੌਰਾਨ ਹੀ ਕਿਊਬਕ ਤੋਂ ਇੱਕ ਅਜਿਹੀ ਖਬਰ ਸਾਹਮਣੇ ਆਈ ਹੈ ਜਿਸ ਨੂੰ ਮਾਪਿਆਂ ਨੂੰ ਹੋਰ ਪਰੇਸ਼ਾਨ ਕਰ ਦਿੱਤਾ ਹੈ। ਕਿਊਬਕ ਸਰਕਾਰ ਦੁਆਰਾ ਦਿੱਤੇ ਗਏ ਅੰਕੜਿਆਂ ਅਨੁਸਾਰ ਕਿਊਬਕ ਤੇ 3100 ਸਕੂਲਾਂ ਵਿੱਚੋਂ ਘੱਟੋ-ਘੱਟ 50 ਸਕੂਲ ਅਜਿਹੇ ਨੇ ਜਿੱਥੇ ਕਰੋਨਾ ਵਾਇਰਸ ਦਾ ਇੱਕ ਜਾਂ ਇੱਕ ਤੋਂ ਵੱਧ ਕੇਸ ਪਾਇਆ ਗਿਆ ਹੈ। ਹਾਲਾਂਕਿ ਇਸ ਬਾਰੇ ਕੋਈ ਬਹੁਤੀ ਸਪਸ਼ਟ ਜਾਣਕਾਰੀ ਨਹੀਂ ਦਿੱਤੀ ਗਈ ਹੈ ਕਿ ਕਿਹੜੇ ਸਕੂਲ ਵਿੱਚੋਂ ਕਿੰਨੇ ਕੇਸ ਸਾਹਮਣੇ ਆਏ ਨੇ। ਕਿਊਬਕ ਦੇ ਸਿਹਤ ਮੰਤਰੀ ਨੇ ਕਿਹਾ ਕਿ ਹਾਲੇ ਜਾਂਚ ਵਿੱਚ ਇਹ ਸਾਹਮਣੇ ਆਇਆ ਕਿ ਜੇਕਰ ਕੋਈ ਸਟਾਫ ਮੈਂਬਰ ਜਾਂ ਕੋਈ ਵਿਦਿਆਰਥੀ ਕਰੋਨਾ ਵਾਇਰਸ ਤੋਂ ਪੀੜਤ ਹੋਇਆ ਤਾਂ ਉਹ ਸਕੂਲ ਦੇ ਵਿੱਚ ਇਨਫੈਕਟਡ ਨਹੀਂ ਹੋਇਆ। ਇਸ ਦੇ ਨਾਲ ਹੀ ਉਹਨਾਂ ਦਾਅਵਾ ਕੀਤਾ ਕਿ ਹਾਲੇ ਕਿਸੇ ਸਕੂਲ ਦੇ ਵਿੱਚ ਕਰੋਨਾ ਵਾਇਰਸ ਦੀ ਆਊਟਬ੍ਰੇਕ ਦੀ ਕੋਈ ਖਬਰ ਸਾਹਮਣੇ ਨਹੀਂ ਆਈ ਹੈ। ਕਿਊਬਕ ਸਰਕਾਰ ਵੱਲੋਂ ਜਿਹੜੀ ਸੂਚੀ ਜਾਰੀ ਕੀਤੀ ਗਈ ਹੈ ਇਸ ਵਿੱਚ 26 ਅਗਸਤ ਤੋਂ ਲੈ ਕੇ 3 ਸਤੰਬਰ ਤੱਕ ਦੇ ਅੰਕੜੇ ਦਿੱਤੇ ਗਏ ਨੇ। ਉਧਰ ਦੂਜੇ ਪਾਸੇ ਕਿਊਬਕ ਦੇ ਇੱਕ ਵਿਅਕਤੀ ਨੇ ਖੁਦ ਇੱਕ ਅਜਿਹੀ ਵੈਬਸਾਈਟ ਤਿਆਰ ਕੀਤੀ ਹੈ ਜਿਸ ਵਿੱਚ ਉਸ ਵੱਲੋਂ ਮਾਪਿਆਂ ਨੂੰ ਇਸ ਸੰਬੰਧੀ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਕਿਊਬਕ ਦੇ ਕਿਹੜੇ ਸਕੂਲ ਦੇ ਵਿੱਚ ਕਿੰਨੇ ਕਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ ਨੇ। ਸਰਕਾਰ ਵੱਲੋਂ ਜਿੱਥੇ ਇਹਨਾਂ ਸਕੂਲਾਂ ਦੀ ਗਿਣਤੀ 50 ਦੇ ਕਰੀਬ ਦੱਸੀ ਜਾ ਰਹੀ ਹੈ, ਉੱਥੇ ਹੀ ਇਸ ਵਿਅਕਤੀ ਨੇ ਆਪਣੀ ਵੈਬਸਾਈਟ ਤੇ ਇਹਨਾਂ ਸਕੂਲਾਂ ਦੀ ਗਿਣਤੀ 80 ਤੱਕ ਦੱਸੀ ਹੈ ਅਤੇ ਉਸ ਵਿਅਕਤੀ ਨੇ ਇਹ ਵੀ ਦਾਅਵਾ ਕੀਤਾ ਕਿ ਉਸ ਨੇ ਇਹ ਜਾਣਕਾਰੀ ਤੱਥਾਂ ਦੇ ਆਧਾਰ ਤੇ ਇਕੱਠੀ ਕੀਤੀ ਹੈ। ਇੱਥੇ ਜ਼ਿਕਰਯੋਗ ਹੈ ਕਿ ਇਸ ਵਿਅਕਤੀ ਨੇ ਸਰਕਾਰ ਤੋਂ ਪਹਿਲਾਂ ਹੀ ਅਜਿਹੀ ਵਿਵਸਥਾ ਕਰ ਲਈ ਸੀ ਕਿ ਕਿਹੜੇ ਸਕੂਲਾਂ ਵਿੱਚ ਕਿੰਨੇ ਮਾਮਲੇ ਸਾਹਮਣੇ ਆਏ ਨੇ ਅਤੇ ਉਸ ਦੀ ਜਾਣਕਾਰੀ ਮਾਪਿਆਂ ਤੱਕ ਪਹੁੰਚਾਉਣ ਦਾ ਹੀਲਾ ਕਰ ਲਿਆ ਗਿਆ ਸੀ, ਜਦਕਿ ਸਰਕਾਰ ਨੇ ਹੁਣ ਪਹਿਲੀ ਵਾਰ ਇਹ ਅੰਕੜੇ ਜਾਰੀ ਕੀਤੇ ਨੇ। ਜਦਕਿ ਕਿਊਬਕ ਤੇ ਸਿਹਤ ਮੰਤਰੀ ਦਾ ਕਹਿਣਾ ਕਿ ਇਸ ਨਾਲ ਮਾਪਿਆਂ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਹੈ ਕਿਉਂਕਿ ਇਹਨਾਂ ਵਿੱਚੋਂ ਕੋਈ ਵੀ ਮਾਮਲਾ ਸਕੂਲ ਦੇ ਵਿੱਚ ਸਾਹਮਣੇ ਨਹੀਂ ਆਇਆ ਅਤੇ ਜਿੰਨੇ ਵੀ ਲੋਕ ਕਰੋਨਾ ਵਾਇਰਸ ਤੋਂ ਇਨਫੈਕਟਡ ਹੋਏ ਨੇ ਉਹ ਸਕੂਲ ਤੋਂ ਬਾਹਰ ਹੀ ਹੋਏ ਨੇ। ਅਮਰੀਕਾ 'ਚ ਰਾਸ਼ਟਰਪਤੀ ਚੋਣਾਂ 'ਚ ਹੁਣ 2 ਮਹੀਨੇ ਤੋਂ ਵੀ ਘੱਟ ਦਾ ਸਮਾਂ ਬਾਕੀ ਰਹਿ ਗਿਆ। ਇਸ ਦੌਰਾਨ ਅਮਰੀਕਾ 'ਚ ਵਾਸਤੇ ਵੱਖ-ਵੱਖ ਭਾਈਚਾਰਿਆਂ ਨੂੰ ਆਪਣੇ ਵੱਲ ਭਰਮਾਉਣ ਦੀ ਕੋਸ਼ਿਸ਼ ਸਿਆਸੀ ਪਾਰਟੀਆਂ ਵੱਲੋਂ ਕੀਤੀ ਜਾ ਰਹੀ ਹੈ। ਇਸੇ ਦੌਰਾਨ ਹੀ ਅਮਰੀਕਾ ਦੇ ਮੌਜੂਦਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਾਅਵਾ ਕੀਤਾ ਕਿ ਅਮਰੀਕਾ ਵਿੱਚ ਮੌਜੂਦ ਭਾਰਤੀ ਅਮਰੀਕੀ ਉਹਨਾਂ ਨੂੰ ਹੀ ਵੋਟ ਪਾਉਣਗੇ। ਜਾਣਕਾਰੀ ਅਨੁਸਾਰ ਅਮਰੀਕਾ ਵਿੱਚ 20 ਲੱਖ ਦੇ ਕਰੀਬ ਭਾਰਤੀ ਅਮਰੀਕੀ ਵੋਟਰ ਮੌਜੂਦ ਨੇ ਜੋ ਕਿ ਕਈ ਸੂਬਿਆਂ ਦੇ ਵਿੱਚ ਆਪਣਾ ਪ੍ਰਭਾਵ ਰੱਖਦੇ ਨੇ, ਜਿੱਥੇ ਜੋ ਬਾਈਡਨ ਵੱਲੋਂ ਉਹਨਾਂ ਨੂੰ ਆਪਣੇ ਵੱਲ ਭਰਮਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਪੰਜਾਬੀ ਅਤੇ ਹਿੰਦੀ ਦੇ ਨਾਲ-ਨਾਲ ਹੋਰ ਵੀ ਕਈ ਭਾਰਤੀ ਭਾਸ਼ਾਵਾਂ ਵਿੱਚ ਪ੍ਰਚਾਰ ਕੀਤਾ ਜਾ ਰਿਹਾ ਹੈ। ਉੱਥੇ ਹੀ ਟਰੰਪ ਨੇ ਕਿਹਾ ਕਿ ਉਹਨਾਂ ਦੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਚੰਗੀ ਦੋਸਤੀ ਹੈ ਜਿਸ ਕਾਰਨ ਉਹਨਾਂ ਨੂੰ ਭਾਰਤੀ ਭਾਈਚਾਰਾ ਪਸੰਦ ਕਰਦਾ ਹੈ। ਡੋਨਾਲਡ ਟਰੰਪ ਨੇ ਵਾਈਟ ਹਾਊਸ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਹ ਦਾਅਵਾ ਕੀਤਾ ਕਿ ਉਹਨਾਂ ਨੂੰ ਭਾਰਤੀ ਵੋਟਰਾਂ ਦਾ ਸਮਰਥਨ ਮਿਲਣ ਦੀ ਪੂਰੀ ਉਮੀਦ ਹੈ। ਜ਼ਿਕਰਯੋਗ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਵੱਲੋਂ ਇਸੇ ਸਾਲ ਦੀ ਸ਼ੁਰੂਆਤ ਵਿੱਚ ਭਾਰਤ ਦਾ ਦੌਰਾ ਕੀਤਾ ਗਿਆ ਸੀ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਕਈ ਵਾਰ ਅਮਰੀਕਾ ਆ ਚੁੱਕੇ ਨੇ ਅਤੇ ਟਰੰਪ ਦੀ ਭਾਰਤ ਫੇਰੀ ਨੂੰ ਵੀ ਚੋਣਾਂ ਦੇ ਪ੍ਰਚਾਰ ਨਾਲ ਜੋੜ ਕੇ ਦੇਖਿਆ ਜਾ ਰਿਹਾ ਸੀ। ਉੱਥੇ ਹੀ ਟਰੰਪ ਦੀ ਕੰਪੇਨ ਟੀਮ ਵੱਲੋਂ ਵੀ ਇੱਕ ਬਿਆਨ ਜਾਰੀ ਕਰਕੇ ਦਾਅਵਾ ਕੀਤਾ ਗਿਆ ਸੀ ਕਿ ਮਿਸ਼ੀਗਨ, ਪੈਨਸਿਲਵੇਨੀਆ ਉਹ ਸੂਬਿਆਂ ਵਿੱਚ ਜਿੱਥੇ 8ਵੇਂ ਮੁਕਾਬਲੇ ਦੇ ਆਸਾਰ ਪ੍ਰਗਟ ਰਹੇ ਨੇ ਉੱਥੇ ਭਾਰਤੀ ਅਮਰੀਕੀ ਇਸ ਵਾਰ ਰਾਸ਼ਟਰਪਤੀ ਟਰੰਪ ਦੇ ਹੱਕ ਵਿੱਚ ਭੁਗਤ ਸਕਦੇ ਨੇ। ਦੂਜੇ ਪਾਸੇ ਜੋ ਬਾਈਡਨ ਵੱਲੋਂ ਵੀ ਇਹਨਾਂ ਵੋਟਰਾਂ ਨੂੰ ਆਪਣੇ ਵੱਲ ਭਰਮਾਉਣ ਲਈ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਵਿੱਚ ਇਸ ਵਕਤ ਘੱਟ ਗਿਣਤੀ ਸਰਕਾਰ ਚੱਲ ਰਹੀ ਹੈ ਅਤੇ ਇਹ ਸਰਕਾਰ ਆਪਣੇ 3 ਸਾਲ ਤੋਂ ਵੱਧ ਦਾ ਕਾਰਜਕਾਲ ਦਾ ਸਮਾਂ ਪੂਰਾ ਕਰ ਚੁੱਕੀ ਹੈ। ਉੱਥੇ ਹੀ ਪਿਛਲੇ ਦਿਨੀ ਇਸ ਸਰਕਾਰ ਸੰਬੰਧੀ ਇੱਕ ਸਰਵੇ ਵੀ ਕਰਵਾਇਆ ਗਿਆ ਜਿਸ ਵਿੱਚ ਲੋਕਾਂ ਤੋਂ ਰਾਏ ਮੰਗੀ ਗਈ ਕਿ ਆਖਰਕਾਰ ਜੇਕਰ ਹੁਣ ਚੋਣਾਂ ਹੁੰਦੀਆਂ ਨੇ ਤਾਂ ਉਹ ਕਿਸ ਨੂੰ ਵੋਟਾਂ ਪਾਉਣਗੇ। ਤਾਂ ਇਸ ਵਿੱਚ ਮੌਜੂਦਾ NDP ਸਰਕਾਰ ਨੂੰ ਲੋਕਾਂ ਦਾ ਭਾਰੀ ਸਮਰਥਨ ਮਿਲਦਾ ਨਜ਼ਰ ਆਇਆ। ਸਰਵੇ ਵਿੱਚ ਸ਼ਾਮਲ ਕੀਤੇ ਗਏ 48% ਲੋਕਾਂ ਨੇ ਕਿਹਾ ਕਿ ਜੇਕਰ ਹੁਣ ਚੋਣਾਂ ਹੁੰਦੀਆਂ ਤਾਂ ਉਹ NDP ਸਰਕਾਰ ਲਈ ਵੋਟ ਪਾਉਣਗੇ ਜੋ ਕਿ ਇਸ ਵਕਤ ਪ੍ਰੀਮੀਅਰ ਜੌਨ ਹੌਰਗਨ ਦੀ ਅਗਵਾਈ ਵਿੱਚ ਚੱਲ ਰਹੀ ਹੈ, ਜਦਕਿ 30% ਲੋਕਾਂ ਨੇ ਕਿਹਾ ਕਿ ਉਹ ਲਿਬਰਲਸ ਨੂੰ ਵੋਟ ਪਾਉਣਗੇ, ਜਦਕਿ ਸਿਰਫ 14% ਲੋਕਾਂ ਨੇ ਕਿਹਾ ਕਿ ਉਹ BC ਦੀ ਗ੍ਰੀਨ ਪਾਰਟੀ ਨੂੰ ਵੋਟ ਪਾਉਣਗੇ। ਜਿਸ ਤੋਂ ਬਾਅਦ BC ਦੀ NDP ਪਾਰਟੀ ਕਾਫੀ ਉਤਸ਼ਾਹਿਤ ਨਜ਼ਰ ਆ ਰਹੀ ਹੈ ਅਤੇ ਸਿਆਸੀ ਮਾਹਰਾਂ ਨੇ ਭਵਿੱਖਬਾਣੀ ਵੀ ਕੀਤੀ ਕਿ ਇਹਨਾਂ ਹਾਲਾਤਾਂ ਵਿੱਚ ਚੋਣਾਂ ਛੇਤੀ ਹੋ ਸਕਦੀਆਂ ਨੇ। ਜਿਸ ਸੰਬੰਧੀ TV ਪੰਜਾਬ ਵੱਲੋਂ NDP ਦੀ ਸਰੀ ਤੋਂ ਵਿਧਾਇਕਾ ਜਿੰਨੀ ਸਿਮਸ ਨਾਲ ਗੱਲਬਾਤ ਕੀਤੀ ਗਈ ਅਤੇ ਉਹਨਾਂ ਨੇ ਇਸ ਮਾਮਲੇ ਉੱਤੇ TV ਪੰਜਾਬ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਦੇਖੋ, ਮੈਂ ਦੱਸ ਦਿੰਦੀ ਹਾਂ, ਜਿੱਦਣ ਦੀ ਸਾਡੀ ਸਰਕਾਰ ਬਣੀ ਆ ਸਾਨੂੰ ਰੋਜ਼ ਇਲੈਕਸ਼ਨ ਲਈ ਤਿਆਰ ਰਹਿਣਾ ਪੈਂਦਾ ਹੈ ਕਿਉਂਕਿ ਜਦੋਂ ਤੁਹਾਡੇ ਕੋਲ ਮਾਈਨੋਰਿਟੀ ਹੋਵੇ ਕਦੀ ਵੀ ਇਲੈਕਸ਼ਨ ਆ ਸਕਦੀ ਹੈ। ਦੇਖੋ, ਸਾਰੇ ਬਹੁਤ ਪਰਹੇਜ਼ ਰੱਖਣਾ ਪੈਣਾ ਆਪਾਂ ਨੂੰ, ਪਰ ਇਹ ਸਾਡੇ ਹੱਥ ਵਿੱਚ ਹੈ ਨਹੀਂ। ਸਾਡੀ ਸਰਕਾਰ ਚੱਲ ਰਹੀ ਆ ਕਰਕੇ ਗ੍ਰੀਨ ਦੇ ਨਾਲ ਸਾਡਾ ਅਗਰੀਮੈਂਟ ਬਣੀ ਪਈ ਆ। ਸੋ ਇਸ ਕਰਕੇ ਵੀ ਹੁਣ ਲੋਕਾਂ ਦੇ ਤੇ 3 ਸਾਲ ਪਹਿਲਾਂ ਕਹਿੰਦੇ ਸੀ ਸਾਡੀ ਸਰਕਾਰ 2 ਮਹੀਨੇ ਨਹੀਂ ਰਹਿਣੀ, ਫਿਰ 3 ਮਹੀਨੇ, ਫਿਰ 6 ਮਹੀਨੇ, ਹੁਣ 3.5
ਸਾਲ ਹੋ ਗਏ ਆ ਤੇ ਸੋ ਕੋਈ ਪ੍ਰਿਡਿਕਸ਼ਨ ਨਹੀਂ ਮੈਂ ਕਰ ਸਕਦੀ ਕਿਉਂਕਿ ਸਾਡਾ ਫੋਕਸ ਹੈਗਾ ਆ ਵੀ ਆਹ ਜਿਹੜਾ ਵੀ ਇਕਨੋਮੀ ਨੂੰ ਰੀਸਟਾਰਟ ਕਰਨ ਤੇ। ਜੀ ਮਤਲਬ ਜੇ ਸਰਕਾਰ ਚੱਲਦੀ ਹੈ ਫਿਰ ਪੂਰਾ ਟਾਈਮ ਪੂਰਾ ਕਰਕੇ ਫਿਰ ਇਲੈਕਸ਼ਨ ਹੋਣਗੇ। ਇਹ ਮੈਂ ਕਹਿ ਨਹੀਂ ਸਕਦੀ ਕਰਕੇ ਮੇਰੇ ਹੱਥ ਵਿੱਚ ਹੈ ਨਹੀਂ। ਬ੍ਰਿਟਿਸ਼ ਕੋਲੰਬੀਆ ਸਰਕਾਰ ਵੱਲੋਂ ਵੀ 10 ਸਤੰਬਰ ਤੋਂ ਸਕੂਲ ਦੁਬਾਰਾ ਖੋਲ੍ਹਣ ਦਾ ਐਲਾਨ ਕੀਤਾ ਹੋਇਆ ਹੈ। ਉੱਥੇ ਹੀ ਬਹੁਤ ਸਾਰੇ ਮਾਪੇ ਹਾਲੇ ਵੀ ਅਜਿਹੇ ਨੇ ਜਿਹੜੇ ਇਸ ਦੁਚਿੱਤੀ ਵਿੱਚ ਪਏ ਹੋਏ ਨੇ ਕਿ ਬੱਚਿਆਂ ਨੂੰ ਸਕੂਲ ਭੇਜਿਆ ਜਾਵੇ ਜਾਂ ਫਿਰ ਨਹੀਂ। ਇਸ ਸੰਬੰਧੀ ਸਕੂਲ ਬੋਰਡ ਨੇ ਅਤੇ ਸਰਕਾਰ ਵੱਲੋਂ ਕਈ ਤਰ੍ਹਾਂ ਦੀਆਂ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਨੇ ਅਤੇ ਕਈ ਤਰ੍ਹਾਂ ਦੇ ਪਲਾਨ ਵੀ ਬਣਾਏ ਗਏ ਨੇ, ਜਿਸ ਦੀ ਜਾਣਕਾਰੀ NDP ਦੀ ਵਿਧਾਇਕਾ ਜਿੰਨੀ ਸਿੰਪਸ ਨੇ TV ਪੰਜਾਬ ਨਾਲ ਸਾਂਝੀ ਕੀਤੀ। ਕੋਵਿਡ-19 ਨੇ ਤਾਂ ਦੁਨੀਆ ਹੀ ਬਦਲ ਦਿੱਤੀ ਹੈ। ਸਾਡਾ ਮਿਲਣਾ ਜੁਲਣਾ, ਜਿਸ ਤਰ੍ਹਾਂ ਅਸੀਂ ਕੰਮ ਕਰਦੇ ਹਾਂ, ਜਿਸ ਤਰ੍ਹਾਂ ਅਸੀਂ ਪੜ੍ਹਾਈ ਕਰਨੀ, ਜਿਸ ਤਰ੍ਹਾਂ ਅਸੀਂ ਸ਼ਾਪਿੰਗ ਕਰਦੇ ਹਾਂ। ਸਕੂਲ ਜਦੋਂ ਵੀ ਖੁੱਲ੍ਹਣ ਉਦੋਂ ਹਰੇਕ ਮਾਂ ਪਿਓ ਤਾਂ ਬੱਚੇ ਸਦਾ ਹੀ ਐਂਗਜ਼ਾਇਟੀ ਉਹਨਾਂ ਦੇ ਵਿੱਚ ਜ਼ਰੂਰ ਹੁੰਦੀ ਆ, ਪਰ ਹੁਣ ਆਪਾਂ ਨੂੰ ਸੋਚਣਾ ਪੈਣਾ ਸਕੂਲ ਬੰਦ ਹੋਏ ਨੂੰ 7 ਮਹੀਨੇ ਹੋ ਗਏ। ਇਸ ਕਰਕੇ ਉਹ ਡਰੇ ਆ। ਇੱਕ ਤਾਂ ਕੋਵਿਡ ਹਾਲੇ ਵੀ ਇੱਥੇ ਹੀ ਆ। ਪਰਹੇਜ਼ ਰੱਖਣਾ ਇਹ ਵੀ ਡਰ ਹੈਗਾ ਆ ਵੀ ਸਕੂਲ ਵਿੱਚ ਕਿੱਦਾਂ ਰੱਖ ਹੋਊਗਾ। ਪਰ ਮੈਨੂੰ ਗਰਵ ਹੈਗਾ ਵੀ ਸਰਕਾਰ ਨੇ ਰਲ ਮਿਲ ਕੇ ਵਿੱਚੇ ਟੀਚਰਸ, ਵਿੱਚੇ ਸਪੋਰਟ ਸਟਾਫ, QP ਦੇ ਦੂਸਰੇ ਯੂਨੀਅਨਸ ਵੀ, ਪੈਰੈਂਟਸ ਦੇ ਨਾਲ ਪਹਿਲਾਂ ਤਾਂ ਪ੍ਰੋਵਿੰਸ਼ੀਅਲ ਪਲਾਨ ਬਣਾਇਆ, ਫਿਰ ਸਕੂਲ ਡਿਸਟ੍ਰਿਕਟ ਪਲਾਨ ਬਣਾਏ ਗਏ ਆ, ਫਿਰ ਸਕੂਲ ਡਿਸਟ੍ਰਿਕਟ ਤੋਂ ਬਾਅਦ ਸਕੂਲ ਬੇਸਡ ਪਲਾਨ ਬਣਾਏ ਗਏ ਆ। ਅਸੀਂ $445 ਮਿਲੀਅਨ ਐਲਾਨ ਕੀਤਾ ਸੀਗਾ ਫॉर ਐਕਸਟਰਾ ਕਲੀਨਿੰਗ, ਫॉर ਐਕਸਟਰਾ ਵੀ ਜਿਹੜੇ ਜ਼ਰੂਰਤਾਂ ਪੈਣਗੀਆਂ, ਤੇ ਹੁਣ ਫੈਡਰਲ ਸਰਕਾਰ ਨੇ 250 ਮਿਲੀਅਨ ਤੋਂ ਉੱਪਰ ਕਰ ਦਿੱਤਾ ਆ। ਸੋ ਉਹ ਸਾਰਾ ਪੈਸਾ ਜਿਹੜਾ ਆਇਆ ਆ, ਅੱਜ ਮਿਨਿਸਟਰ ਨੇ ਕਿਹਾ ਸੀਗਾ, ਉਹ ਸਾਰਾ ਸਕੂਲਾਂ ਵਿੱਚ ਹੀ ਖਰਚ ਹੋਊਗਾ, ਹਾਇਰ ਐਕਸਟਰਾ ਟੀਚਰਸ ਤੇ ਸਪੋਰਟ ਸਟਾਫ ਵੀ, ਜਿਹੜਾ ਕਲੀਨਿੰਗ ਸਟਾਫ ਹੁੰਦਾ ਆ। ਪਰ ਫਿਰ ਵੀ ਪੈਰੈਂਟ ਡਰੇ ਆ। ਪੈਰੈਂਟਸ ਨੂੰ ਇਹ ਸੋਚਣਾ ਚਾਹੀਦਾ, ਅੱਜ ਤੱਕ ਡਾਕਟਰ ਬੌਨੀ ਹੈਨਰੀ ਨੇ ਸਾਨੂੰ ਸਹੀ ਸਲਾਹ ਦਿੱਤੀ ਆ, ਇਹ ਸਭ ਕੁਛ ਉਹਦੀ ਗਾਈਡੈਂਸ ਦੇ ਥੱਲੇ ਹੀ ਹੋ ਰਿਹਾ ਹੈ, ਹੈਲਥ ਆਫਿਸਰਸ ਦੇ ਥੱਲੇ। ਇਹਦੇ ਪਿੱਛੇ ਕੋਈ ਪੋਲੀਟੀਕਲ ਪੁਸ਼ ਹੈ ਨਹੀਂ ਗੀ, ਇਹ ਹੈਲਥ ਡਿਸੀਜਨ ਹੈਗਾ ਆ। ਜਦੋਂ ਬੱਚਿਆਂ ਨੇ ਸਕੂਲ 'ਚ ਜਾਣਾ ਆ, ਉੱਥੇ ਕੋਹੋਰਟਸ ਹੋਣਗੇ, ਐਲੀਮੈਂਟਰੀ ਦੇ ਵੀ 60 ਆ, ਸਰੀ ਦੇ ਵਿੱਚ ਸੈਕੰਡਰੀ ਸਕੂਲ ਦੇ ਵੀ 60 ਆ। ਜਦੋਂ ਜੂਨ ਵਿੱਚ ਸਕੂਲ ਖੁੱਲ੍ਹਿਆ ਸੀਗਾ, ਮੈਂ ਕਈ ਕਲਾਸਾਂ 'ਚ ਫੋਨ ਕੀਤਾ, ਕਹਿੰਦੇ ਸਾਡੇ ਤਾਂ 3 ਬੱਚੇ ਆਏ ਆ। ਤੇ ਹੁਣ ਵੀ ਪੈਰੈਂਟਸ ਕੋਲ ਆਪਸ਼ਨਸ ਹੈਗੇ ਆ। ਸਰੀ ਸਕੂਲ ਡਿਸਟ੍ਰਿਕਟ ਦੀ ਵੈਬਸਾਈਟ 'ਤੇ ਸਰਵੇ ਹੈਗਾ ਆ, ਤੇ ਪੈਰੈਂਟਸ ਉਹ ਸਰਵੇ ਕਰਨਾ ਬਹੁਤ ਜ਼ਰੂਰਤ ਹੈ। 8 ਤਰੀਕ ਤੋਂ ਪਹਿਲਾਂ ਉਹਦੇ 'ਤੇ ਉਹ ਕਹਿ ਸਕਦੇ ਵੀ ਅਸੀਂ ਬੱਚਿਆਂ ਨੂੰ ਘਰ ਪੜ੍ਹਾਉਣਾ, ਡਿਸਟੈਂਸ ਐਜੂਕੇਸ਼ਨ, ਜਾਂ ਅਸੀਂ ਥੋੜ੍ਹਾ ਟਾਈਮ ਲਈ ਭੇਜਾਂਗੇ ਪਰ ਬਾਕੀ ਘਰ ਰਹਿਣਗੇ, ਵੀ ਬਲੈਂਡਡ ਹੋ ਗਿਆ ਸਭ ਕੁਛ, ਵੀ ਜੇ ਤੁਸੀਂ ਫੁੱਲ ਟਾਈਮ ਜਾਂ ਪਾਰਟ ਟਾਈਮ ਜਾਂ ਮਿਕਸ ਕਰ ਲਓ। ਇਹ ਪੈਰੈਂਟਸ ਦੀ ਚੋਇਸ ਆ, ਇਹ ਚੋਇਸ ਹੋਣੀ ਵੀ ਪੈਰੈਂਟਸ ਦੀ ਚਾਹੀਦੀ ਆ, ਕਰਕੇ ਜਿੰਨਾ ਚਿਰ ਪੈਰੈਂਟ ਨਹੀਂ ਕੰਫਰਟੇਬਲ ਨਾ, ਉਹਨਾਂ ਚਿਰ ਉਹਨਾਂ ਦਾ ਕੰਮ ਜਾ ਕੇ ਵੀ ਨਹੀਂ ਮਨ ਲੱਗਣਾ। ਦੇਖੋ, ਜਦੋਂ ਆਪਣੇ ਡੇ ਕੇਅਰਸ ਖੁੱਲ੍ਹੀਆਂ ਸੀਗੀਆਂ, ਮੇਰੀ ਆਪਣੀ ਦੋਤੀ ਆ, ਉਹ ਬਹੁਤ ਪਰੇਸ਼ਾਨ ਸੀਗੀ ਵੀ ਆਪਾਂ 3 ਸਾਲਾਂ ਦੀ ਨੂੰ ਮੁੜ ਕੇ ਡੇ ਕੇਅਰ ਵਿੱਚ ਪਾਈਏ ਕਿ ਨਾ। ਮੈਨੂੰ ਰੋਜ਼ ਫੋਨ ਕਰਦੀ ਸੀ, ਮੈਂ ਕਿਹਾ ਨਾ ਤੂੰ ਮਾਂ ਆ, ਤੈਨੂੰ ਡਿਸਾਈਡ ਕਰਨਾ ਪੈਣਾ। ਫਿਰ ਉਹਨੇ ਆਪ ਡਿਸਾਈਡ ਕੀਤਾ, ਪਹਿਲੇ 3 ਹਫ਼ਤੇ ਨਹੀਂ ਭੇਜਿਆ, ਹੁਣ 2 ਹਫ਼ਤੇ ਹੋ ਗਏ, 3 ਹਫ਼ਤੇ ਹੋ ਗਏ ਜਾਂਦੀ ਆ, ਇੰਨੀ ਖੁਸ਼ ਆ ਜਾ ਕੇ। ਦੇਖੋ, ਬੱਚੇ ਤਾਂ ਤਿਆਰ ਆ ਸਕੂਲ ਜਾਣ ਨੂੰ, ਬਹੁਤ ਸਾਰੇ ਕਹਿੰਦੇ ਵੀ ਵੀ ਰੈਡੀ ਟੂ ਗੋ, ਕਾਫੀ ਪੈਰੈਂਟਸ ਵੀ ਤਿਆਰ ਆ, ਉਹ ਵੀ ਕਹਿੰਦੇ ਆ ਵੀ ਅਸੀਂ ਟੀਚਰ ਨਹੀਂ ਗੇ ਹੈਗੇ, ਵੀ ਨੀਡ। ਤੇ ਸਾਨੂੰ ਇਹ ਵੀ ਪਤਾ ਹੈ ਵੀ ਜਦੋਂ ਬੱਚੇ ਨਹੀਂ ਸਕੂਲ ਜਾਂਦੇ, ਉਹਨਾਂ 'ਤੇ ਬਹੁਤ ਵੱਡਾ ਅਸਰ ਵੀ ਪੈ ਰਿਹਾ ਆ। ਜਿੱਦਾਂ ਡਾਕਟਰ ਬੌਨੀ ਹੈਨਰੀ ਕਹਿੰਦੀ ਹੁੰਦੀ ਆ ਵੀ ਸਾਨੂੰ ਬੈਲੈਂਸ ਕਰਨਾ ਪੈਣਾ। ਰਿਸਕ ਸਕੂਲਾਂ ਵਿੱਚ ਅੱਗੇ ਵੀ ਸੀ ਵੀ ਕਿਸੇ ਨੂੰ ਠੰਡ ਲੱਗ ਗਈ, ਕਿਸੇ ਨੂੰ ਆਹ ਹੋ ਗਿਆ, ਕਿਸੇ ਨੂੰ ਫਲੂ ਹੋ ਗਿਆ, ਤੇ ਕਿਸੇ ਨੂੰ ਮੀਜ਼ਲਸ ਆ ਗਏ, ਉਹ ਰਿਸਕ ਸਾਲੇ ਉੱਥੇ ਹੀ ਆ। ਪਰ ਜੇ ਨਾ ਸਕੂਲ ਜਾਣ ਫਿਰ ਵੀ ਰਿਸਕ ਹੈਗੀ ਆ। ਹੁਣ ਹੈਲਥ ਆਫਿਸਰ ਸਾਨੂੰ ਐਡਵਾਈਸ ਦੇ ਰਹੇ ਆ ਵੀ ਕਿੱਦਾਂ ਮਿਟੀਗੇਟ ਕਰਨਾ, ਤੇ ਮੈਂ ਬਹੁਤ ਵੱਡੀ ਵਧਾਈ ਦਿੰਦੀ ਆ ਸਰੀ ਸਕੂਲ ਬੋਰਡ ਨੂੰ ਤੇ ਸਰੀ ਟੀਚਰਸ ਨੂੰ, ਸਰੀ QP ਨੂੰ, ਕਰਕੇ ਇਹਨਾਂ ਨੇ ਰਲ ਮਿਲ ਕੇ ਇੰਨਾ ਵਧੀਆ ਸੈਟਅਪ ਕੀਤੀ ਆ। ਤੇ ਪ੍ਰੀਮੀਅਰ ਨੇ ਕੱਲ੍ਹ ਵੀ ਕਿਹਾ ਸੀਗਾ ਵੀ ਇਹ ਫਾਈਨਲ ਪਲਾਨ ਹੈ ਨਹੀਂਗਾ, ਜਿੱਦਾਂ ਜਦੋਂ ਬੱਚੇ ਸਕੂਲੇ ਗਏ ਆਪਾਂ ਹੋਰ ਕੁਛ ਸਿੱਖਿਆ, ਤੇ ਫਿਰ ਉਹ ਐਡਜਸਟਮੈਂਟ ਤੇ ਅਡੈਪਟੇਸ਼ਨ ਹੁੰਦਾ ਰਹੂਗਾ। ਤੇ ਕਿਸ ਵਕਤ ਆਪਾਂ ਨੂੰ ਇੱਕ ਦੂਸਰੇ ਦੀ ਸਮਝਣ ਦੀ ਲੋੜ ਆ। ਕਿਸੇ ਕੋਲ ਮਿੱਠੀ ਗੋਲੀ ਹੈ ਨਹੀਂ, ਨਾ ਹੀ ਕੋਈ ਕਿਸੇ ਕੋਲ ਹੈਗਾ ਵੀ ਮੈਜਿਕ ਕਾਰਪਟ ਵੀ ਸਭ ਕੁਛ ਠੀਕ ਹੋ ਜਾਣਾ। ਹਾਲੇ ਵਾਇਰਸ ਇੱਥੇ ਹੀ ਆ, ਸੋ ਹਾਲੇ ਵੀ ਵਾਸ਼ ਹੈਂਡਸ। ਸਾਨੂੰ ਪਤਾ ਕਈ ਸਕੂਲਾਂ ਵਿੱਚ ਤਾਂ ਸਿੰਕ ਵੀ ਕਲਾਸਰੂਮ ਵਿੱਚ ਹੈ ਨਹੀਂ, ਉੱਥੇ ਐਕਸਟਰਾ ਸੈਨੀਟਾਈਜ਼ਰ ਰੱਖੇ ਗਏ ਆ, ਰਾਈਟ। ਵਾਸ਼ ਯੋਰ ਹੈਂਡਸ, ਕੀਪ ਯੋਰ ਫਿਜ਼ੀਕਲ ਡਿਸਟੈਂਸਿੰਗ ਜਿੱਦਾਂ ਆਪਾਂ ਰੱਖੀ ਆ ਹੁਣ। ਤੇ ਫਿਰ ਜੇ ਤੁਸੀਂ ਬਿਮਾਰ ਆ, ਤੁਸੀਂ ਘਰ ਰਹੋ, ਤੇ ਜਿਹੜੇ ਬਾਹਰ ਆਪਣਾ ਸੋਸ਼ਲ ਸਰਕਲ ਘੱਟ ਰੱਖੋ।
ਜਦੋਂ ਤੁਸੀਂ ਕਲੋਜ਼ ਪ੍ਰੋਕਸੀਮਿਟੀ 'ਚ ਜਾਣਾ ਉਦੋਂ ਮਾਸਕ ਪਹਿਨ ਲਓ ਜੀ ਪਰ ਜਦੋਂ ਕਲਾਸਰੂਮ ਦੇ ਵਿੱਚ ਆ ਉੱਥੇ ਸਟੂਡੈਂਟ ਦੀ ਚੋਇਸ ਹੋਊਗੀ ਜੀ ਤੇ ਟੀਚਰਸ ਦਾ ਵੀ ਹੈਲਥ ਤੇ ਜਿਹੜਾ ਉੱਥੇ ਬਾਕੀ ਸਟਾਫ ਕੰਮ ਕਰਦੇ ਉਹਨਾਂ ਦੀ ਹੈਲਥ ਤੇ ਵੀ ਓਨਾ ਹੀ ਆ ਪਰ ਅਸੀਂ ਕੋਈ ਰਿਸਕ ਨਹੀਂ ਲੈਣਾ ਚਾਹੁੰਦੇ ਪਰ ਜਦੋਂ ਅਸੀਂ ਇਕਨੋਮੀ ਤੋਰੀ ਸੀਗੀ ਮੁੜ ਕੇ ਜਦੋਂ ਆਪਾਂ ਵੀ ਫੇਰ ਬਾਹਰ ਨਿਕਲਣ ਲੱਗੇ ਆ ਉਹਦੇ ਨਾਲ ਵੀ ਰਿਸਕ ਸੀ ਜੀ ਉਹ ਵੀ ਆਪਾਂ ਨੂੰ ਪੈਰ ਚੁੱਕਣਾ ਹੀ ਪਿਆ ਜੀ ਇਸ ਕਰਕੇ ਆਪਾਂ ਇਹ ਨਹੀਂ ਕਹਿ ਸਕਦੇ ਵੀ ਵਾਇਰਸ ਆਪਣੇ ਨਾਲ 1-2 ਹਫ਼ਤੇ ਹੋ ਰਿਹਾ ਹੁਣ ਡਾਕਟਰ ਤਾਂ ਇਹ ਵੀ ਕਹਿਣ ਲੱਗ ਪਏ ਖਰੇ 1-2 ਸਾਲ ਹੋਰ ਲੱਗ ਜਾਣੇ ਆ ਸੋ ਇਸ ਕਰਕੇ ਮੈਂ ਜਿਹੜਾ ਵੀ ਐਂਗਜ਼ਾਇਟੀ ਹੈਗੀ ਪੈਰੈਂਟਸ ਦੀ ਵੀ ਸਮਝਦੀ ਹਾਂ ਮੈਂ ਟੀਚਰਸ ਦੀ ਵੀ ਸਮਝਦੀ ਹਾਂ ਗ੍ਰੈਂਡ ਪੈਰੈਂਟਸ ਦੀ ਵੀ ਸਮਝਦੀ ਹਾਂ ਇਹ ਹੁਣ ਆਪਾਂ ਨੂੰ ਥੋੜ੍ਹਾ ਸੋਚ ਕੇ ਬੱਚਿਆਂ ਨੂੰ ਸਮਝਾ ਕੇ ਸਕੂਲੇ ਭੇਜਣਾ ਜਾਣਾ ਆ ਪਰ ਹੁਣ ਮੈਂ ਦੇਖਦੀ ਕਾਫੀ ਜਿਹੜੇ ਹਾਈ ਸਕੂਲ ਬੱਚੇ ਉਹ ਤਾਂ ਹੁਣ ਵੱਡੇ ਗਰੁੱਪਾਂ 'ਚ ਬਾਹਰ ਫਿਰਦੇ ਆ ਜੀ ਐਟਲੀਸਟ ਜੇ ਸਾਰਾ ਦਿਨ ਸਕੂਲੇ ਹੋਣਗੇ ਤੇ ਉੱਥੇ ਉਹਨਾਂ ਦਾ ਖਾਊ ਖੋਟ ਤਾਂ ਹੋਊਗਾ ਜੀ ਸੋਸ਼ਲ ਬਬਲ ਤਾਂ ਥੋੜਾ ਕੰਮ ਹੋਊਗਾ ਸਤਿ ਸ਼੍ਰੀ ਅਕਾਲ ਜੀ ਮੈਂ ਨਿਰਮਲ ਮਾਨ ਪੂਰਾ ਟੈਕ ਸੈਟਲਮੈਂਟ ਤੋਂ ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ ਸਤਿ ਸ਼੍ਰੀ ਅਕਾਲ